ਬਾਬਾ ਸ਼ਾਮ ਸਿੰਘ ਜੀ ਉਹਨਾਂ ਦੇ ਨਾਮ ਦੀ ਪਿਆਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੱਜ ਵੀ ਅਰਦਾਸ ਹੁੰਦੀ ਹੈ ਤੇਗ ਦੀ, 3 ਪਹਿਰੇ ਦੀ, ਅੰਮ੍ਰਿਤ ਵੇਲੇ ਦੀ ਉਹਨਾਂ ਦੇ ਨਾਮ ਦੀ ਤੇਗ ਦੀ ਅਰਦਾਸ ਹੁੰਦੀ। ਬੜੀ ਬੰਦਗੀ ਵਾਲੀ ਰੂਹ ਸਨ ਤੇ ਕਹਿੰਦੇ 70 ਸਾਲ ਦੀ ਉਮਰ ਤੱਕ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਵਿੱਚ ਕੀਰਤਨ ਵੀ ਕੀਤਾ। ਬੜੀ ਵੱਡੀ ਬਖਸ਼ਿਸ਼ ਦੇ ਮਾਲਕ ਹੋਏ ਬਾਬਾ ਸ਼ਾਮ ਸਿੰਘ ਜੀ। ਤੇ ਬਾਬਾ ਸ਼ਾਮ ਸਿੰਘ ਉਹਨਾਂ ਦੇ ਅੱਗੇ ਜਿਨ੍ਹਾਂ ਨੂੰ ਥਾਪਿਆ ਉਹਨਾਂ ਨੇ ਬਾਬਾ ਸਾਧੂ ਸਿੰਘ ਜੀ। ਤੇ ਬਾਬਾ ਸਾਧੂ ਸਿੰਘ ਜੀ ਕਹਿੰਦੇ ਇਹ ਗੱਲ ਦੱਸ ਰਹੇ ਸਨ। ਬਾਬਾ ਸਾਧੂ ਸਿੰਘ ਉਹਨਾਂ ਨੇ ਇਹ ਗੱਲ ਦੱਸੀ ਕਿ ਇੱਕ ਵਾਰੀ ਕਹਿੰਦੇ ਬਾਬਾ ਸ਼ਾਮ ਸਿੰਘ ਜੀ ਹੁਣੀ ਕਹਿੰਦੇ ਸਾਨੂੰ ਕਹਿੰਦੇ ਹਾਲ ਬੜਾ ਵੱਡਾ ਬਣਿਆ ਹੋਇਆ ਸੀ ਪਿਆਰੂ, ਜਿਵੇਂ ਆਹ ਹਾਲ ਬਣਿਆ ਹੋਵੇ ਕਿ ਇਹਦੇ ਉੱਪਰ ਉਹ ਜਿਹੜੀਆਂ ਵਿੰਡੋ ਹੈਗੀਆਂ ਨੇ ਛੋਟੀਆਂ ਛੋਟੀਆਂ ਆਹ ਜਿਹੜੀਆਂ ਵਿੰਡੋ ਉੱਪਰ ਲੱਗੀਆਂ ਹੋਈਆਂ। ਤੇ ਬਾਬਾ ਸ਼ਾਮ ਸਿੰਘ ਕਹਿੰਦੇ ਸਾਨੂੰ ਕਹਿੰਦੇ ਕਿ ਇਹਨਾਂ ਨੂੰ ਖੋਲ ਦੇਵੋ, ਕਹਿੰਦੇ ਇਹਨਾਂ ਨੂੰ ਖੋਲ ਦੇਵੋ ਸਾਰੀਆਂ, ਜਿਵੇਂ ਹਵਾ ਆਉਣ ਵਾਸਤੇ ਖੋਲ ਦਿੰਦੀ ਨੇ। ਤੇ ਕਹਿੰਦੇ ਅਸੀਂ ਹੁਕਮ ਮੰਨਦਿਆਂ ਹੋਇਆ ਉਹ ਵਿੰਡੋ ਸਾਰੀਆਂ ਖੋਲ ਦਿੱਤੀਆਂ। ਤੇ ਫਿਰ ਬਾਬਾ ਸ਼ਾਮ ਸਿੰਘ ਸਾਧੂ ਸਿੰਘ ਜੀ ਹੁਣੀ ਕਹਿੰਦੇ ਕਿ ਮੈਨੂੰ ਕਹਿੰਦੇ ਕਿ ਉੱਥੇ ਕਹਿੰਦੇ ਗੋਵੇ ਦਾ ਲੇਪ ਕਰਦੇ, ਕਹਿੰਦੇ ਗੋਵੇ ਦਾ ਲੇਪ ਕਰਦੇ। ਗੋਹਾ ਤੁਸੀਂ ਸਮਝਦੇ ਹੋ, ਮੱਝਾਂ ਦਾ ਗੋਹਾ ਪਿੰਡਾਂ ਦੇ ਵਿੱਚ ਜਿਹੜਾ ਲੇਪ ਕਰਦੇ ਨੇ। ਹੁਣ ਕਹਿੰਦੇ ਬਾਬਾ ਸਾਧੂ ਸਿੰਘ ਕਹਿੰਦੇ ਵੀ ਮੈਂ ਇਹ ਆਖਿਆ ਕਿ ਪਲਸਤਰ ਹੋਇਆ ਪਿਆ ਆ, ਇੱਥੇ ਕਹਿੰਦੇ ਗੋਹਾ ਕਿਉਂ ਫੇਰਨਾ, ਪਲਸਤਰ ਦੇ ਉੱਤੇ ਥੋੜਾ ਗੋਹਾ ਫੇਰੀਦਾ। ਕਹਿੰਦੇ ਤੁਹਾਨੂੰ ਆਖਿਆ ਹੁਕਮ ਮੰਨੀਦਾ, ਜਿਹੜਾ ਤੁਹਾਨੂੰ ਹੁਕਮ ਮੰਨਣ ਵਾਸਤੇ ਕਿਹਾ ਤੁਸੀਂ ਹੁਕਮ ਮੰਨੋ ਬਸ, ਅੱਗੇ ਸਵਾਲ ਜਵਾਬ ਨਹੀਂ ਕਰੀਦੇ। ਕਹਿੰਦੇ ਮੈਂ ਉਹਨਾਂ ਦਾ ਹੁਕਮ ਮੰਨ ਕੇ ਉੱਥੇ ਕਹਿੰਦੇ ਗੋਹਾ ਫੇਰਨਾ ਸ਼ੁਰੂ ਕਰ ਦਿੱਤਾ। ਗੋਹਾ ਫੇਰਿਆ, ਗੋਹਾ ਕਹਿੰਦੇ ਸੁੱਕ ਗਿਆ, ਫੇਰਿਆ ਹੋਇਆ ਥੋੜੀ ਦੇਰ 'ਚ ਹੀ ਸੁੱਕ ਗਿਆ। ਤੇ ਫਿਰ ਮੈਨੂੰ ਕਹਿੰਦੇ ਆਹ ਕਰਮੰਡਲ ਇੱਕ ਲੈ ਜਾ ਯਾਰ, ਬੜੀ ਸੁੰਦਰ ਸਾਖੀ ਜੀ। ਕਹਿੰਦੇ ਆਹ ਕਰਮੰਡਲ ਲੈ ਜਾ ਤੇ ਕਹਿੰਦੇ ਖੂਹ ਦੇ ਉੱਤੋਂ ਪਾਣੀ ਭਰ ਕੇ ਲੈ ਗਿਆ। ਖੂਹ ਦੇ ਉੱਤੋਂ ਪਾਣੀ ਭਰ ਕੇ ਲੈ ਕਹਿੰਦੇ ਮੈਂ ਖੂਹ ਤੇ ਜਿਸ ਵੇਲੇ ਪਾਣੀ ਲੈ ਕੇ ਆਇਆ ਤੇ ਕੀ ਵੇਖਦਾ, ਇੱਕ ਕਹਿੰਦੇ ਜੋਗੀ ਕਹਿੰਦੇ ਜਿਹੜਾ ਉੱਡਦਾ ਆ ਰਿਹਾ ਸੀ ਉਹ ਜੋਗੀ। ਪਿਆਰੀ ਭਾਈ ਗੁਰਦਾਸ ਸਾਹਿਬ ਜੀ ਇਹ ਗੱਲ ਆਪਣੀ ਪਾਵਨ ਪਵਿੱਤਰ ਆਵਾਜ਼ ਦੇ ਵਿੱਚ ਕਹਿੰਦੇ ਨੇ, ਇਸ ਗੱਲ ਨੂੰ ਕੋਈ ਝੂਠ ਨਾ ਸਮਝ ਲੈਣਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਸਿੱਧ ਜੋਗੀ ਮਿਲੇ ਸਨ, ਇੱਕ ਕਹਿੰਦੇ ਪਰ ਕਰਕੇ ਉੱਡਣਾ ਸ਼ੁਰੂ ਕਰ ਦਿੱਤਾ। ਇੱਕ ਜੋਗੀ ਸੀ ਜਿਹੜੇ ਮੂੰਹ ਦੇ ਵਿੱਚੋਂ ਅੱਗ ਵਰਸਾ ਰਹੇ ਸਨ। ਇੱਕ ਜੋਗੀ ਐਸੇ ਸਨ ਜਿਨ੍ਹਾਂ ਨੇ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਸੀ। ਤੇ ਜਿਹੜਾ ਭੰਗਰਨਾਥ ਸੀ ਉਹ ਅਸਮਾਨ ਨੂੰ ਚੜ ਗਿਆ, ਤਾਰੇ ਤੋੜਨੇ ਉਸਨੇ ਸ਼ੁਰੂ ਕਰ ਦਿੱਤੇ। ਇਤਨੀਆਂ ਪਿਆਰੀਆਂ ਇਹਨਾਂ ਦੇ ਕੋਲ ਸਿੱਧੀਆਂ ਸਨ, ਇਤਨੀਆਂ ਸਿੱਧੀਆਂ ਪ੍ਰਾਪਤ ਕੀਤੀਆਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਆਪਣੀ ਖੜਾਂ ਛੱਡੀ ਸੀ ਤੇ ਜਿਸ ਜੋਗੀ ਦੇ ਸਿਰ ਦੇ ਵਿੱਚ ਵੱਜਦੀ ਸੀ ਨਾ, ਉਹ ਜੋਗੀ ਫਿਰ ਥੱਲੇ ਨੂੰ ਹੁੰਦਾ। ਭੰਗਰਨਾਥ ਵੀ ਤਾਂ ਚੜਿਆ ਪਿਆ ਸੀ। ਸਤਿਗੁਰੂ ਮਹਾਰਾਜ ਦੀ ਖੜਾਂ ਜਦੋਂ ਵੱਜੇ, ਖੜਾਂ ਨੇ ਘੇਰ ਕੇ ਥੱਲੇ ਲੈ ਲਿਆ। ਕਹਿੰਦੇ ਜੋਗੀ ਜੀ ਹੁਣ ਦੱਸੋ, ਬੜੀ ਉੱਪਰ ਚੜੇ ਸਨ। ਜੇ ਕੋਈ ਉੱਪਰ ਨੂੰ ਚੜ੍ਹਨ ਦਾ ਯਤਨ ਕਰਦਾ ਤੇ ਮਾਲਕ ਉਸ ਨੂੰ ਥੱਲੇ ਆਪੇ ਲੈ ਆਉਂਦਾ। ਜਿਹੜਾ ਉੱਪਰ ਨੂੰ ਚੜ੍ਹਦਾ ਉਹ ਥੱਲੇ ਜ਼ਰੂਰ ਡਿੱਗਦਾ। ਪਿਆ ਥੱਲੇ ਵੇਖਣਾ ਚਾਹੀਦਾ। ਇਹ ਜੋਗੀ ਕਹਿੰਦੇ ਮੁੱਗਾਂ ਦੇ ਵਿੱਚ ਜਿਹੜੇ ਖੋਲੇ ਸੀ ਨਾ, ਵਿੰਡੋ ਖੋਲੀਆਂ ਸੀ, ਇਹਨਾਂ ਦੇ ਵਿੱਚੋਂ ਦੀ ਉੱਡਦਾ ਆਇਆ ਤੇ ਬੈਠ ਗਿਆ, ਖੜਾ ਹੋ ਗਿਆ। ਪਹਿਲੋਂ ਆ ਕੇ ਖੜਾ ਹੋ ਗਿਆ ਤੇ ਸੰਤ ਬਾਬਾ ਸ਼ਾਮ ਸਿੰਘ ਜੀ ਆਖਣ ਲੱਗੇ ਬੰਦਗੀ ਵਾਲੀਆਂ ਹਰ ਕੀ ਗਤ ਨਹਿ ਕੋ ਜਾਣੈ। ਪਿਆਰੇ ਪਰਮੇਸ਼ਰ ਦੇ ਪਿਆਰੇ ਜਾਂ ਜਾਣਦੇ ਨੇ ਜਾਂ ਪਰਮੇਸ਼ਰ ਜਾਣਦਾ। ਕਹਿੰਦੇ ਉੱਠ ਆ ਕੇ ਖੜਾ ਹੋ ਗਿਆ। ਉਹ ਜੋਗੀ ਖੜਾ ਹੋ ਗਿਆ ਤੇ ਸੰਤ ਬਾਬਾ ਸ਼ਾਮ ਸਿੰਘ ਜੀ ਹੁਣੇ ਕਹਿੰਦੇ ਉਹ ਜਿੱਥੇ ਲੇਪਨ ਕੀਤਾ ਹੋਇਆ, ਪਹਿਲੋਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅੰਦਰ ਮੱਥਾ ਟੇਕ, ਕਹਿੰਦੇ ਅੰਦਰ ਅਖੰਡ ਪਾਠ ਚੱਲ ਰਿਹਾ, ਅੰਦਰ ਕਹਿੰਦੇ ਮੱਥਾ ਟੇਕ ਤੇ ਉਹ ਜਿੱਥੇ ਲੇਪਨ ਕੀਤਾ ਹੋਇਆ ਨਾ, ਕਹਿੰਦੇ ਉੱਥੇ ਬੈਠ ਜਾ। ਉਹ ਜਿੱਥੇ ਗੋਹੇ ਦਾ ਲੇਪਨ ਕੀਤਾ ਹੋਇਆ ਉੱਥੇ ਬੈਠ ਜਾ। ਹੁਣ ਪਿਆਰੀ ਉਹ ਸਾਧੂ ਨੇ ਪਹਿਲੋਂ ਅੰਦਰ ਮੱਥਾ ਟੇਕਿਆ, ਜਿਹੜਾ ਉੱਡਦਾ ਆ ਰਿਹਾ ਸੀ, ਮੱਥਾ ਟੇਕਿਆ, ਜਿੱਥੇ ਲੇਪਨ ਕੀਤਾ ਹੋਇਆ ਸੀ ਉੱਥੇ ਬੈਠ ਗਿਆ। ਉੱਥੇ ਜਿਸ ਵੇਲੇ ਬੈਠ ਗਿਆ ਤੇ ਹੁਣ ਮਹਾਂਪੁਰਸ਼ਾਂ ਨੇ ਜਿਹੜਾ ਖੂਹ ਤੋਂ ਜਲ ਮੰਗਾਇਆ ਸੀ ਬਾਬਾ ਸਾਧੂ ਸਿੰਘ ਦੀ ਕੋਲ ਨੂੰ, ਜਿਹੜੇ ਦੱਸ ਰਹੇ ਨੇ ਇਹ ਗੱਲ ਪਿਆਰੂ, ਜਿਨ੍ਹਾਂ ਨੇ ਇਹ ਦੱਸੀ ਗੱਲ, ਕਹਿੰਦੇ ਜਿਹੜਾ ਖੂਹ ਤੋਂ ਜਲ ਮੇਰੇ ਕੋਲੋਂ ਮੰਗਾਇਆ ਸੀ ਉਹ ਕਰਮੰਡਲ ਆਪਣੇ ਹੱਥ ਦੇ ਵਿੱਚ ਲੈ ਲਿਆ। ਬਾਣੀ ਪੜ੍ਹੀ
ਕਈ ਕਹਿੰਦੇ ਮੰਤਰ ਕੋਈ ਪੜਿਆ, ਬਾਣੀ ਦਾ ਮੰਤਰ ਪੜਿਆ ਹੋਵੇਗਾ ਮਹਾਂਪੁਰਸ਼ਾਂ ਨੇ, ਮੂਲ ਮੰਤਰ ਪੜਿਆ ਹੋਵੇਗਾ, ਗੁਰ ਮੰਤਰ ਪੜਿਆ ਹੋਵੇਗਾ, ਜਪਜੀ ਸਾਹਿਬ ਦਾ ਜਾਂ ਜਾਪ ਕੀਤਾ ਹੋਵੇਗਾ, ਉਹ ਮੰਤਰਿਆ ਹੋਇਆ ਪਾਣੀ ਪਿਆਰੋ, ਜਿਸ ਦੇ ਵਿੱਚ ਬਾਣੀ ਅਸਰ ਕਰਦੀ ਹੈ। ਬਾਣੀ ਅਸਰ ਕਬੂਲ ਕਰਦੀ ਪਿਆਰੋ। ਪਾਣੀ ਦੇ ਵਿੱਚ ਜਦੋਂ ਬਾਣੀ ਪੜ੍ਹੀ ਜਾਂਦੀ ਹੈ ਤੇ ਪਾਣੀ ਅਸਰ ਕਬੂਲ ਕਰਦਾ ਹੈ, ਉਸ ਨੂੰ ਕਬੂਲ ਕਰ ਲੈਂਦਾ। ਬਾਣੀ ਪੜ੍ਹਿਆ ਹੋਇਆ ਉਹ ਪਾਣੀ ਕਹਿੰਦੇ ਉਸ ਜਿਸ ਵੇਲੇ ਸਾਧੂ ਨੂੰ ਦਿੱਤਾ ਪੀਣ ਵਾਸਤੇ, ਕਹਿੰਦੇ ਇਹ ਪਾਣੀ ਪੀਦਾ ਹੈ, ਕਹਿੰਦੇ ਇਹ ਜਲ ਛਕ ਲੈ, ਇਹ ਅੰਮ੍ਰਿਤ ਛਕ ਲੈ। ਕਹਿੰਦੇ ਉਸ ਨੇ ਉਹ ਗਟਾਗਟ ਕਰਕੇ ਉਹ ਸਾਰਾ ਜਲ ਛਕ ਲਿਆ। ਸਾਰਾ ਜਲ ਛਕ ਲਿਆ। ਪਹਿਲੋਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ, ਪਹਿਲੋਂ ਉਸਨੇ ਰੋਣਾ ਸ਼ੁਰੂ ਕਰ ਦਿੱਤਾ ਉੱਚੀ ਉੱਚੀ, ਫਿਰ ਉਸਨੇ ਹੱਸਣਾ ਸ਼ੁਰੂ ਕਰ ਦਿੱਤਾ। ਸੰਤ ਬਾਬਾ ਸ਼ਾਮ ਸਿੰਘ ਜੀ ਹੁਣੀ ਕਹਿੰਦੇ, ਐ ਜੋਗੀ ਜੀ ਤੁਸੀਂ ਪਹਿਲੋਂ ਕਹਿੰਦੇ ਹੱਸਣਾ ਰੋਣਾ ਸ਼ੁਰੂ ਕਰ ਦਿੱਤਾ, ਫਿਰ ਹੱਸਣਾ ਸ਼ੁਰੂ ਕਰ ਦਿੱਤਾ, ਹੁਣ ਤੁਸੀਂ ਨੱਚਣਾ ਸ਼ੁਰੂ ਹੋ ਗਏ ਹੋ ਇਤਨੀ ਖੁਸ਼ੀ ਦੇ ਵਿੱਚ, ਕੀ ਗੱਲ? ਇਹਦੇ ਬਾਰੇ ਦੱਸੋ ਕੁਝ। ਇਹਦੇ ਮਹਾਂਪੁਰਸ਼ੋ ਤੁਸੀਂ ਸਾਰਾ ਹੀ ਜਾਣਦੇ, ਤੁਹਾਨੂੰ ਸਾਰਾ ਹੀ ਪਤਾ। ਕਹਿੰਦੇ ਸਾਨੂੰ ਤੇ ਪਤਾ, ਪਰ ਜਿਹੜੀਆਂ ਆ ਸੰਗਤਾਂ ਨੇ, ਆ ਸੰਗਤਾਂ ਸਾਰੀਆਂ ਇਹ ਵੀ ਪੁੱਛਣਾ ਚਾਹੁੰਦੀਆਂ ਨੇ ਕਿ ਤੁਸੀਂ ਪਹਿਲੋਂ ਆ ਕੇ ਰੋਣਾ ਸ਼ੁਰੂ ਕਰ ਦਿੱਤਾ, ਫਿਰ ਹੱਸਣਾ ਸ਼ੁਰੂ ਕਰ ਦਿੱਤਾ, ਹੁਣ ਕਹਿੰਦੇ ਨੱਚਣਾ ਸ਼ੁਰੂ ਕਰ ਦਿੱਤਾ, ਇਹਦੇ ਬਾਰੇ ਦੱਸੋ, ਇਹਦੇ ਬਾਰੇ ਦੱਸੋ। ਕਹਿੰਦੇ ਮਹਾਂਪੁਰਸ਼ੋ ਮੈਂ ਸੰਗਤਾਂ ਨੂੰ ਦੱਸਣ ਵਾਸਤੇ ਦੱਸ ਰਿਹਾ, ਤੁਹਾਨੂੰ ਦੱਸਣ ਵਾਸਤੇ ਨਹੀਂ। ਤੁਸੀਂ ਤੇ ਬ੍ਰਹਮ ਗਿਆਨੀ ਹੋ, ਬ੍ਰਹਮ ਬੇਤੇ ਹੋ, ਬ੍ਰਹਮ ਦੇ ਨਾਲ ਇੱਕ ਮਿਕ ਹੋ, ਤੁਹਾਡੀ ਪਰਮੇਸ਼ਰ ਦੇ ਨਾਲ ਗੱਲ ਹੈ। ਕਹਿੰਦਾ ਮੇਰੀ 500-600 ਸਾਲ ਉਮਰ ਹੈ, ਮੇਰੀ 500-600 ਸਾਲ ਉਮਰ ਪਿਆਰ ਕਿ ਮੇਰਾ ਖਿਆਲ ਉਹ ਸਿੱਧ ਜੋਗੀਆਂ ਦੇ ਵੇਲੇ ਦਾ ਹੋਵੇਗਾ ਜਿਨ੍ਹਾਂ ਦੀ ਚਰਚਾ ਮੇਰੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਨਾਲ ਹੋਈ। ਇਹ ਉਹਨਾਂ ਸਿੱਧਾਂ ਦੇ ਵਿੱਚੋਂ ਹੋਵੇਗਾ। ਕਹਿੰਦੇ ਮੈਂ ਹਿਮਾਲਿਆ ਤੇ ਰਹਿੰਦਾ, ਹਿਮਾਲਿਆ ਤੇ ਰਹਿੰਦਾ ਹੋਇਆ ਕਿ ਕਹਿੰਦੇ ਇਤਨੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਕਹਿੰਦੇ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ। ਕਹਿੰਦੇ ਮੈਂ 9 ਦਿੱਤੀਆਂ 18 ਸਿੱਧੀਆਂ ਜਿਨ੍ਹਾਂ ਦਾ ਬਾਣੀ ਵਿੱਚ ਜ਼ਿਕਰ ਹੁੰਦਾ ਉਹ ਪ੍ਰਾਪਤ ਕੀਤੀਆਂ ਹੋਈਆਂ। ਕਹਿੰਦੇ ਕਿ ਮੈਂ ਆਪਣੀ ਮੌਤ ਦੇ ਉੱਤੇ ਕਾਬੂ ਪਾ ਲਿਆ ਹੋਇਆ, ਆਪਣੀ ਮੌਤ ਦੇ ਉੱਤੇ ਕਾਬੂ ਪਾ ਲਿਆ ਹੋਇਆ, ਪਰਮੇਸ਼ਰ ਮੈਨੂੰ ਮਾਰੇਗਾ ਵੀ ਕੋਈ। ਕਹਿੰਦੇ ਮੈਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਤੇ ਪਹਿਲੇ ਸਮੇਂ ਦਾ ਵੀ ਪਤਾ। ਕਹਿੰਦੇ ਜੇ ਮੈਂ ਚਾਹਾਂ ਤੇ ਇੱਥੇ ਕਹਿੰਦੇ ਹੁਣੇ ਪਰਲੋ ਲੈ ਆਵਾ, ਮੈਂ ਧਰਤੀ ਨੂੰ ਪਲਟਾ ਸਕਦਾ। ਸਾਰੇ ਵੀਰ ਕਹਿੰਦੇ ਮੇਰੇ ਵਸ ਵਿੱਚ ਹਨ, ਇਤਨੀਆਂ ਤਾਕਤਾਂ ਦਾ ਮੈਂ ਮਾਲਕ ਹਾਂ, ਜੋ ਵੀ ਚਾਹ ਉਹੀਓ ਮਾਨੋ ਕਰ ਸਕਦਾ ਹਾਂ। ਆ ਤੁਸੀਂ ਹੁਣ ਇਹ ਵੇਖ ਹੀ ਲਈ ਇਹ ਗੱਲ ਕਿ ਮੈਂ ਉੱਡ ਕੇ ਆ ਰਿਹਾ ਸੀ, ਮੈਂ ਉੱਡ ਕੇ ਆ ਰਿਹਾ, ਇਹ ਵੀ ਮੇਰੇ ਕੋਲ ਸਿੱਧੀ ਸੀ। ਸਿੱਧੀਆਂ ਕਹਿੰਦੇ ਮੈਂ ਬਹੁਤ ਪ੍ਰਾਪਤ ਕਰ ਲਈਆਂ, ਪਰ ਇੱਕ ਗੱਲ ਨਹੀਂ ਮੈਨੂੰ ਮਿਲੀ। ਕਹਿੰਦੀ ਕਿਹੜੀ? ਕਹਿੰਦੇ ਮੇਰਾ ਹਿਰਦਾ ਸ਼ਾਂਤ ਨਹੀਂ ਹੋ ਰਿਹਾ, ਮੇਰੇ ਅੰਦਰ ਹੰਕਾਰ ਕਹਿੰਦੀ ਬਹੁਤ ਜ਼ਿਆਦਾ ਆ ਗਿਆ ਕਿ ਮੇਰੇ ਕੋਲੋਂ ਬੜੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ, ਮੈਂ ਜੋ ਚਾਹਾਂ ਕਰ ਸਕਦਾ, ਮੌਤ ਉੱਤੇ ਮੈਂ ਵਿਜੇ ਪਾ ਲਈ ਹੈ, ਮੈਨੂੰ ਕੋਈ ਮਾਰ ਨਹੀਂ ਸਕਦਾ। ਜਿਵੇਂ ਹਰਣਾਕਸ਼ ਨੇ ਪਿਆਰ ਵਿਜੇ ਪਾਈ ਹੋਈ ਸੀ, ਇਹ ਮਾਰਨ ਵਾਲਾ ਤੇ ਪਰਮੇਸ਼ਰ ਬੈਠਾ ਹੋਇਆ। ਕਹਿੰਦੇ ਹੁਣ ਮੇਰਾ ਮਨ ਸ਼ਾਂਤ ਨਹੀਂ ਹੋ ਰਿਹਾ, ਮੇਰਾ ਮਨ ਸ਼ਾਂਤ ਨਹੀਂ ਹੋ ਰਿਹਾ। ਜਦੋਂ ਕਹਿੰਦੇ ਵੇਖੋ ਏਡੀ ਵੱਡੀ ਆਰਬਲਾ ਮੈਂ ਕਹਿੰਦੇ ਇਵੇਂ ਕੱਢੀਏ। ਕੱਲ ਆਪ ਜੀ ਨੇ ਸ਼ਬਦ ਸਰਵਣ ਕੀਤਾ ਸੀ ਨਾ ਪਿਆਰਿਓ, ਸਰਪ ਜੈਸੇ ਆਰਜ਼ਾਦੀ ਹਰ ਬਿਸਰਤ ਸਦਾ ਕੁਵਾਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਊਟ ਦੁਹਾਰੀ, ਬਿਨ ਸਮਰਨ ਜੋ ਜੀਵਨ ਬਰਣਾ, ਸਰਪ ਜੈਸੇ ਆਰਜ਼ਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੁਹਾਰੀ, ਗੁਣ ਨਿਧਾਨ ਗੁਣ ਤਿਨ ਹੀ ਗਾਏ, ਜਾ ਕਉ ਕਿਰਪਾ ਧਾਰੀ ਸੋ ਸੁਖੀਆ, ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਤੇ ਮੇਰੀ ਆਰਬਲਾ ਇਹ ਜਿਹੜੀ ਬਤੀਤ ਹੋ ਰਹੀ ਸੀ, ਇਵੇਂ ਬਤੀਤ ਹੋ ਰਹੀ ਜਿਵੇਂ ਕੋਈ ਜ਼ਹਿਰੀਲਾ ਸੱਪ ਹੋਵੇ। ਮੇਰਾ ਹਿਰਦਾ ਸ਼ਾਂਤ ਨਹੀਂ ਹੋ ਰਿਹਾ, ਮੇਰਾ ਹਿਰਦਾ ਸ਼ਾਂਤ ਨਹੀਂ ਸੀ ਹੁੰਦਾ। ਤੇ ਫਿਰ ਕਹਿੰਦੇ ਮੈਂ ਸਾਰੀ ਸ੍ਰਿਸ਼ਟੀ ਦੇ ਵਿੱਚ ਆਪਣੀ ਅੰਤਰਜਾਮਤਾ ਦੇ ਨਾਲ ਵੇਖ ਵੀ ਸਕਦਾ ਸੀ ਕਿ ਕਿਵੇਂ ਇਸ ਨੂੰ ਹੁਣ ਮੈਂ ਦੂਰ ਕਰਾਂ। ਕਹਿੰਦੇ ਪਰਮੇਸ਼ਰ ਨੇ ਬੁੱਧ ਪਾਈ ਮੇਰੇ ਅੰਦਰ ਕਿ ਤੂੰ ਵੇਖ ਸੰਸਾਰ ਦੇ ਵਿੱਚ ਕੋਈ ਤਤ ਬੇਤਾ, ਕੋਈ ਬ੍ਰਹਮ ਗਿਆਨੀ ਜਿਹੜਾ ਮੇਰੀ ਇਸ ਗੱਲ ਦੀ ਨਿਵਰਤੀ ਕਰ ਸਕੇ। ਮੈਨੂੰ ਕਹਿੰਦੇ ਇਲਮ ਕੀ ਹੋਇਆ? ਕਹਿੰਦੇ ਮੈਨੂੰ ਭਾਖਿਆ ਇਹ ਹੋਈ ਕਿ ਤੇਰਾ ਅਹੰਕਾਰ ਟੀਸੀ ਤੇ ਚੜਿਆ ਹੋਇਆ। ਤੇਰਾ ਅਹੰਕਾਰ ਤਾਂ ਦੂਰ ਹੋਵੇਗਾ, ਕੋਈ ਬ੍ਰਹਮ ਗਿਆਨੀ
ਤਤ ਬੇਤਾ ਪਿਆਰੂ ਸੁਣ ਕੇ ਤੁਹਾਨੂੰ ਗੱਲ ਲੱਗੇਗੀ ਇਵੇਂ ਕਿ ਇਹ ਗੱਲ ਨਹੀਂ ਹੋ ਸਕਦੀ ਕਿ ਬਾਬਾ ਸਾਧੂ ਸਿੰਘ ਜੀ ਹੁਣਾਂ ਦੀ ਕਹੀ ਹੋਈ ਗੱਲ ਹੈ। ਤੇ ਸੰਤ ਬਾਬਾ ਸ਼ਾਮ ਸਿੰਘ ਹੁਣਾਂ ਦੇ ਜਿਹੜੇ ਅਣਿਆਈ ਸੰਤ ਅੱਗੇ ਉਹਨਾਂ ਨੇ ਆਖਿਆ ਕਿ ਮੇਰੇ ਮਨ ਦੇ ਵਿੱਚ ਜੋ ਭਾਖਿਆ ਹੋਈ ਇਹ ਬ੍ਰਹਮ ਗਿਆਨੀ ਕੋਈ ਤਤ ਬੇਤਾ ਹੋਵੇ ਤੇ ਉਹਨਾਂ ਦਾ ਪਿਸ਼ਾਬ, ਉਹਨਾਂ ਦਾ ਬਾਥਰੂਮ ਪੀਵਾ ਤੇ ਫਿਰ ਕਹਿੰਦੇ ਮੈਂ ਸ਼ਾਂਤ ਹੋਵਾਂਗਾ, ਫਿਰ ਮੈਨੂੰ ਸ਼ਾਂਤੀ ਮਿਲੇਗੀ। ਤੇ ਕਹਿੰਦੇ ਤੁਹਾਡੇ ਕੋਲ ਜਦੋਂ ਮੈਂ ਹੁਣ ਆਇਆ ਪਰ ਤੁਹਾਡੀ ਨਿਮਰਤਾ ਕਹਿੰਦੇ ਵੇਖੀ, ਤੁਹਾਡੀ ਨਿਮਰਤਾ ਮੈਂ ਵੇਖੀ। ਤੁਸੀਂ ਮੇਰੇ ਕੋਲ ਪਹਿਲਾਂ ਹੀ ਕਹਿੰਦੇ ਖੂਹ ਦਾ ਜਲ ਮੰਗਾਇਆ ਹੋਇਆ ਸੀ, ਖੂਹ ਤੋਂ ਪਾਣੀ ਮੰਗਾ ਕੇ ਉਸ ਨੂੰ ਮੰਤਰ ਕੇ ਉਸ ਦੇ ਵਿੱਚ ਪਾਣੀ ਪੜ ਕੇ ਮੈਨੂੰ ਪਿਲਾ ਦਿੱਤਾ। ਕਹਿੰਦੇ ਮੈਨੂੰ ਤੁਸੀਂ ਆਪਣਾ ਬਾਥਰੂਮ ਨਹੀਂ ਪਿਆਇਆ ਤੇ ਮੈਨੂੰ ਤੁਸੀਂ ਕਹਿੰਦੇ ਜਲ ਮੰਗਾ ਕੇ ਉਹਦੇ ਵਿੱਚ ਗੁਰਬਾਣੀ ਪੜ ਕੇ ਜਦੋਂ ਤੁਸੀਂ ਪਿਆਇਆ ਤੇ ਕਹਿੰਦੇ ਹੁਣ ਹਿਰਦਾ ਮੇਰਾ ਸ਼ਾਂਤ ਹੋ ਗਿਆ। 500-600 ਸਾਲ ਤੋਂ ਜਿਹੜਾ ਹਿਰਦਾ ਸ਼ਾਂਤ ਨਹੀਂ ਸੀ, ਅਸ਼ਾਂਤੀ ਦੇ ਵਿੱਚ ਸੀ, ਅੱਜ ਕਹਿੰਦੇ ਹੁਣ ਮੇਰਾ ਹਿਰਦਾ ਸ਼ਾਂਤ ਹੋ ਗਿਆ, ਬਿਲਕੁਲ ਸ਼ਾਂਤ ਹੋ ਗਿਆ ਤੇ ਹੁਣ ਮੈਂ ਜਾਣਾ ਚਾਹੁੰਦਾ। ਹੁਣ ਮੈਂ ਕਹਿੰਦੇ ਜਾਣਾ ਚਾਹੁੰਦਾ। ਮਹਾਂਪੁਰਸ਼ਾਂ ਨੂੰ ਸੰਤ ਬਾਬਾ ਸ਼ਾਮ ਸਿੰਘ ਹੁਣਾਂ ਨੂੰ ਮੱਥਾ ਟੇਕਿਆ, ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਤੇ ਕਹਿੰਦੇ ਉਹ ਸਾਧੂ ਫਿਰ ਉੱਡਦਾ ਉਸੇ ਤਰ੍ਹਾਂ ਹੀ ਚਲਿਆ ਗਿਆ। ਉਹ ਸਾਧੂ ਉੱਡਦਾ ਪਹਿਲੋਂ ਕਹਿੰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਨਹੀਂ ਪਰਿਕਰਮਾ ਕੀਤੀ ਉਸਨੇ, ਉੱਡਦੇ ਨੇ ਪਰਿਕਰਮਾ ਕੀਤੀ ਕਿ ਬਾਬਾ ਸਾਧੂ ਸਿੰਘ ਕਹਿੰਦੀ ਇਹ ਸਾਰਾ ਕੌਤਕ ਅਸੀਂ ਵੇਖ ਰਹੇ ਸੀ, ਇਹ ਸਾਰਾ ਕੌਤਕ ਵੇਖ ਰਹੇ ਸੀ। ਫਿਰ ਉਹ ਸਾਧੂ ਸਿੱਧਾ ਹੀ ਅਸਮਾਨ ਤੱਕ ਹੁੰਦਾ ਹੋਇਆ ਕਹਿੰਦੀ ਫਿਰ ਹਿਮਾਲਿਆ ਵਾਲੇ ਪਾਸੇ ਨੂੰ ਚਲੇ ਗਿਆ। ਹਿਮਾਲਿਆ ਵਾਲੇ ਪਾਸੇ ਨੂੰ ਚਲ ਗਿਆ। ਪਿਆਰੂ ਕਹਿਣ ਤੋਂ ਮੁਰਾਦ ਇਹ ਹੈ ਕਿ ਨਾਮ ਦੀ ਕੀਮਤ ਕਿਤਨੀ ਹੈ। ਸਾਰੀਆਂ ਸਦੀਆਂ ਪ੍ਰਾਪਤ ਕਰ ਲਈਆਂ, ਸਾਰਾ ਕੁਝ ਪ੍ਰਾਪਤ ਕਰਕੇ ਪਰ ਹਿਰਦਾ ਫਿਰ ਵੀ ਸ਼ਾਂਤ ਨਹੀਂ ਸੀ। ਜਦੋਂ ਮਹਾਂਪੁਰਸ਼ਾਂ ਨੇ ਬਖਸ਼ਿਸ਼ ਕੀਤੀ, ਬੰਦਗੀ ਵਾਲਿਆਂ ਨੇ ਪਿਆਰੂ ਜਲ ਛਕਾਇਆ, ਫਿਰ ਉਸਦਾ ਹਿਰਦਾ ਸ਼ਾਂਤ ਹੋ ਗਿਆ। ਤੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ। ਜਿਸ ਤੇ ਵਾਹਿਗੁਰੂ ਕਿਰਪਾ ਕਰ ਦੇਵੇ, ਜਿਸ ਤੇ ਵਾਹਿਗੁਰੂ ਕਿਰਪਾ ਕਰ ਦੇਵੇ, ਪ੍ਰਾਣਾਂ ਦਾ ਦਾਤਾ, ਵਾਹਿਗੁਰੂ ਪ੍ਰਾਣਾਂ ਦਾ ਦਾਤਾ, ਸੋਈ ਸੰਤ ਗੁਣ ਗਾਵੇ। ਉਹੀ ਪਰਮੇਸ਼ਰ ਦਾ ਪਿਆਰਾ ਮਾਲਕ ਦੇ ਗੁਣ ਗਾਇਨ ਕਰ ਸਕਦਾ ਹੈ। ਉਹੀ ਮਾਲਕ ਦੇ ਗੁਣ ਗਾਇਨ ਕਰ ਸਕਦਾ। ਜਿਸ ਦੀ ਕਿਰਪਾ ਹੀ ਨਾ ਹੋਵੇ ਤੇ ਪਿਆਰੇ ਉਹ ਮਾਲਕ ਦੇ ਗੁਣ ਨਹੀਂ ਗਾਇਨ ਕਰ ਸਕਦਾ। ਉਸਦਾ ਤੇ ਸਰੀਰ ਹੀ ਕੰਮ ਨਹੀਂ ਕਰਦਾ, ਸਿਰ ਹੀ ਕੰਮ ਨਹੀਂ ਕਰੇਗਾ। ਸਿਰ ਵੀ ਕੰਮ ਤਾਂ ਹੀ ਕਰੇਗਾ ਜੇ ਬਖਸ਼ਿਸ਼ ਹੋਵੇਗੀ, ਨਹੀਂ ਤੇ ਤੁਹਾਡਾ ਸਿਰ ਹੀ ਥੱਕਣਾ ਸ਼ੁਰੂ ਹੋ ਜਾਂਦਾ। ਪਿਆਰਿਓ ਆਲਸ ਆਉਣਾ ਸ਼ੁਰੂ ਹੋ ਜਾਂਦਾ, ਸੁਸਤੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੀਂਦਰਾ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹ ਮਾਲਕ ਬਖਸ਼ਿਸ਼ ਕਰੇ, ਉਹੀ ਪਰਮੇਸ਼ਰ ਦੇ ਗੁਣ ਗਾਇਨ ਕਰ ਸਕਦਾ। ਪ੍ਰੇਮ ਭਗਤ ਤਾਂ ਕਾ ਮਨ ਲੀਣਾ, ਪਾਰ ਬ੍ਰਹਮ ਮਨ ਭਾਵੈ। ਪ੍ਰੇਮਾ ਭਗਤੀ, ਪ੍ਰਭੂ ਦੇ ਨਾਲ ਪਿਆਰ ਬਣ ਜਾਣਾ, ਤਾਂ ਕਾ ਮਨ ਲੀਣਾ, ਉਸੇ ਦਾ ਮਨ ਪ੍ਰੇਮਾ ਭਗਤੀ ਦੇ ਵਿੱਚ ਲੱਗੇਗਾ। ਵਾਹਿਗੁਰੂ ਨੂੰ ਉਹ ਪਿਆਰ ਕਰੇਗਾ, ਵਾਹਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਉਹ ਆਨੰਦਿਤ ਹੋਵੇਗਾ। ਪਾਰ ਬ੍ਰਹਮ ਮਨ ਭਾਵੈ, ਜਿਹੜੀ ਪਾਰ ਬ੍ਰਹਮ ਨੂੰ ਭਾ ਜਾਂਦੇ ਨੇ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਨਾਨਕ ਕਰਮਾ ਬਾਹਰੇ, ਦਰ ਢੋਲੈ ਲਹਨੀ ਧਾਮਦੇ। ਇੱਕ ਮੋਲ ਨਾ ਬੁੱਧਨ ਆਪਣਾ, ਅਣਹੋਂਦਾ ਆਪ ਗੁਣਾਏਂਦੇ। ਹਉ ਢਾਡੀ ਕਾ ਨੀਚ ਜਾਤ, ਹੋਰ ਉੱਤਮ ਜਾਤ ਸਦਾਏਂਦੇ। ਤਿੰਨ ਮੰਗਾਂ ਕਿਹਨਾਂ ਨੂੰ ਮੰਗਦੇ ਵਾਹਿਗੁਰੂ? ਤਿੰਨ ਮੰਗਾਂ ਜੇ ਤੁਝੇ ਤੇ ਆਏਂਦੇ। ਵਾਹਿਗੁਰੂ ਜੀ ਮੈਂ ਉਹਨਾਂ ਨੂੰ ਲੋੜਦਾ ਜਿਹੜੇ ਤੈਨੂੰ ਯਾਦ ਕਰਦੇ ਨੇ, ਜਿਹੜੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਆਠ ਪਹਿਰ ਹਰਿ ਕਾ ਜਸ ਰਵਣਾ, ਵਿਖੇ ਟਗੋਰੀ ਲਾਥੀ। ਅੱਠੇ ਪੈਰ ਹਰ ਵੇਲੇ, ਚੱਤੂ ਪੈਰ ਆਪਾਂ ਜਿਹਨੂੰ ਕਹਿੰਦੇ ਨੇ, ਹਰਿ ਕਾ ਜਸ ਰਵਣਾ, ਜਿਹੜੇ ਹਰੀ ਦਾ ਗੁਣ ਗਾਇਨ ਕਰਦੇ ਰਹਿੰਦੇ ਨੇ। ਔਰ ਵਿਖੇ ਠਗੌਰੀ ਲਾਥੀ, ਵਿਸ਼ਿਆਂ ਵਿਕਾਰਾਂ ਦੀ ਜਿਹੜੀ ਠਗੌਲੀ ਹੈ, ਜਿਹੜੀ ਸਾਨੂੰ ਠੱਗ ਰਹੀ ਹੈ। ਜ਼ਹਿਰ ਰੂਪੀ ਬੂਟੀ ਪਿਆਰੂ ਵਿਸ਼ਿਆਂ ਵਿਕਾਰਾਂ ਦੀ ਸਾਨੂੰ ਜਿਹੜੀ ਠੱਗ ਰਹੀ ਹੈ, ਕਹਿੰਦੇ ਉਹਦੀ ਲੱਥ ਜਾਂਦੀ ਹੈ, ਉਹਨੂੰ ਠੱਗਣੋਂ ਹਟ ਜਾਂਦੀ ਹੈ। ਜ਼ਹਿਰ ਰੂਪੀ ਠਗੌਰੀ ਉੱਤੇ ਅਸਰ ਨਹੀਂ ਕਰਦੀ, ਮਾਇਆ ਉਸ 'ਤੇ ਅਸਰ ਨਹੀਂ ਕਰਦੀ, ਉਹਦੇ ਤੋਂ ਦੂਰ ਹੋ ਜਾਂਦੀ ਹੈ। ਪਿਆਰੂ 12-12 ਕੋਹ ਸਤਿਗੁਰੂ ਕਹਿੰਦੇ ਸਾਡੇ ਤੱਕ ਦੂਰ ਹੀ ਰਹਿੰਦੀ ਹੈ ਮਾਇਆ, ਸਾਡੇ ਨੇੜੇ ਤੱਕ ਨਹੀਂ ਆਉਂਦੀ। ਕਹਿੰਦੇ ਭੱਜ ਜਾਂਦੀ ਹੈ ਵੇਖ ਕੇ। ਅਸਰ ਕਿਹਨਾਂ 'ਤੇ ਪਾਉਂਦੀ ਮਾਇਆ? ਪਿਆਰੂ ਕਈਆਂ ਰੂਪਾਂ ਦੇ ਨਾਲ ਮਾਇਆ ਅਸਰ ਕਰਦੀ ਹੈ।
संग मलाए लिया मेरे करते संत साध पे साथी। कहते जिसनों वाहिगुरु ने अपने नाल मिला लिया, जिसनों वाहिगुरु ने अपना बना लिया, मेरे करते संत साध पे साथी। कहते प्रभु के प्यारे वो साथी बन गए, वाहिगुरु वाहिगुरु जपण वाले वो साथी बन गए। नहीं तो उसका साथ नहीं कोई दिंदा प्यारे जी। कोई निंदक होगा, भैड़ी कर्म करने वाला होगा, उसका साथ कोई नहीं दिंदा। ये प्रभु की बंदगी करने वाले, मालिक का नाम जपण वालियां दे साधु भी साथी बन जाते हैं, संत भी साथी बन जाते हैं। कि ये प्यारा नाम जपण वाला, सारे उसका साथ देंदे हैं। कर गए लीने सर्वस दीने आपे आप मराया। वाहिगुरु ने जिसनों अपने नाम के नाल जोड़ लिया, प्यारे वाहिगुरु का नाम जिहड़ा जपदा, जिन्हों अपना बना लिया, उन्होंने सारा कुछ ही दे दिता। कहो नानक इस सर्व थोक पूरन। कहते वो सारे ही थोक पूरे हो जाते हैं, सारिया ही गल्लां उसदियां पूरियां हो जांदियां ने, सारे ही काम उसके पूरे हो जाते हैं। आपे आप मिलाया ते अपने आपे दे विच वाहिगुरु उसनूं मिला लैंदा, अपने आपे दे विच उसनूं अभेद कर लैंदा, वो वाहिगुरु का ही स्वरूप हो जाता। वाहिगुरु वाहिगुरु जपदियां वाहिगुरु कहंदा आ जा मेरी गल वकरी दे विच, मैं तैनूं अपना ही रूप दे देता। प्यारू किड्डी बड़ी बख्शिश करदा वाहिगुरु। जिस वाहिगुरु नूं सारी दुनिया लभदी फिरदी है कि जिहड़े वाहिगुरु वाहिगुरु जपदे ने उसे दा ही स्वरूप हो जाते हैं, उसे दे विच ही अभेद हो जाते हैं। वाहिगुरु किड्डी वड्डी बख्शिश कर दिंदा। कहो नानक सर्ब थोक पूर्ण पूरा सतगुर पाया। सारियां उसदियां मन दियां मुरादां पूरियां हो जांदियां ने, जिसनूं पूरा प्रभ आराध्या, पूरा दा का नाव नानक पूरा पाया। पूरे के गुण गाओ। प्यारो आप दियां ने दो साखियां सरवण कीतियां। साखी इस करके आखी दी है प्यारो कि सुनने वाले का मन टिकाऊ दे विच रह जाता। बहुत सारे प्यारे वीर ये गल कहते हैं, वीर जी साखी जरूर नाल आख्या करो। गुरबाणी के प्रमाण ते जितने प्यारो मर्जी दिते जा सकते हैं, गुरबाणी के शब्द के विच ही टाइम आपां पूरा कर सकते हाँ, क्योंकि गुरबाणी अगाध बोध है, बड़े प्रमाण हैं। पर साखी दे नाल जिवें आप जी ने राजा भोग ते गंगू तेली की सरवण की साखी, ये तो तुसीं जानते सी कि कहावत मशहूर सी, किथे राजा भोज ते किथे गंगू तेली। पर अज पता लग गया राजा भोज कौन सी ते गंगू तेली कौन सी। दूसरा ये भी पता लग गया कि जिस साधु ने प्यारे 500-600 साल सारा कुछ प्राप्त कर लिया, रिद्धियां सिद्धियां प्राप्त कर लिया, सारियां अजमतां प्राप्त कर लिया, मरना भी अपना वस विच कर लिया, सारा कुछ कर फिर भी जितनी देर तक नाम नहीं जपिया, नाम हिरदे दे विच नहीं टिकिया, उतनी देर तक शांति नहीं आई। बिन हर भजन नाही छुटकारा। कहो नानक की तत् विचारा। सतगुਰਾਂ ने तत् की गल कह दी है कि बिना भगती तो छुटकारा नहीं जी होना, वाहिगुरु का भजन करके ही छुटकारा होना। प्यारो अज का समा मीडिया का जिहड़ा बड़े बड़े वड्डे विद्वान हैं, पुराने समयां दे विच जी कोई एक अद्धा विद्वान, मैं कई बारी कथा कईयां दी सुन के वेखदा हुंदा, जो सुनी दी कथा तो प्यारो कई इतना बोर भी मनुख हो जाता कि पूरा घंटा उन्होंने सुनना ही मुश्किल हो जाता। अज विद्वता इतनी है, अज बड़ी बख्शिश है, बड़ी बड़ी बंदगी वालियां रूहां, बड़े बड़े प्यारे शब्द की विचार करने वाले, जिन्हों की बहुत वड्डी बख्शिश है, बड़ी रहमत है। सुनिया करो उन्होंने, सुनते नाल कुछ ना कुछ सानू प्राप्त जरूर होता। सुनिया हाथ होवे असला, सुन के मनना, सुन के ते मनना। सुनिया मनिया मन पीता भाओ, अंतरगत तीर्थ मल नाओ। पहला सुनना है, फिर उसको मनना है, फिर उसके निध्यासन करना। निध्यासन करना उसको कहते हैं कि उसकी कमाई करनी। कमाई की करनी है, वाहिगुरु वाहिगुरु जपदियां वाहिगुरु का ही स्वरूप बन जाते हैं। आओ जपना करिए जी। वाहिगुरु 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 वाह
ਵਾਹਿਗੁਰੂ 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 ਸਤਿਗੁਰ ਪੂਰੇ ਪਾਣਾ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਗੋਬਿੰਦ ਕਿਰਪਾ ਤਾਰੀ ਪ੍ਰਭ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇਸ਼ੈ ਸੋਈ ਫਲ ਪਾਵੈ ਬਿਰਥੀ ਆਸ ਨ ਜਾਏ ਬਿਰਥੀ ਆਸ ਨ ਜਾਏ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੈ ਪ੍ਰੇਮ ਭਗਤ ਤਾ ਕਾ ਮਨ ਲੀਨਾ ਪਾਰ ਬ੍ਰਹਮ ਮਨ ਭਾਵੈ ਆਠ ਪਾਰ ਹਰ ਕਾ ਜਸ ਰਮਣਾ ਬਿਖੈਠ ਗੌਰੀ ਲਾਥੀ ਸੰਗ ਮਿਲਾਏ ਲਿਆ ਮੇਰੇ ਕਰਤੈ ਸੰਤ ਸਾਧ ਪੈ ਸਾਥੀ ਕਰ ਗਰੀਨੇ ਸਰਬਸ ਦੀਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਤੁਕ ਪੂਰਨ ਪੂਰਾ ਸਤਿਗੁਰ ਪਾਇਆ ਪੂਰਾ ਸਤਿਗੁਰ ਪਾਇਆ ਪੂਰਾ ਸਤਿਗੁਰ ਪਾਇਆ ਸਾਰੀਆਂ ਮਨ ਦੀਆਂ ਮੁਰਾਦਾਂ ਉਦੋਂ ਹੀ ਪੂਰੀਆਂ ਹੋਣੀਆਂ ਪਿਆਰਿਓ ਜਦੋਂ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਸਰਬ ਥੋਕ ਉਦੋਂ ਪੂਰਨ ਹੋਊਗੀ ਕਾਰਜ ਉਦੋਂ ਸਾਰੀ ਰਾਸ ਹੋਣਗੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਰਹੀਏ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਤੋਂ ਪਾਵਨ ਅਮੋਲਕ ਵਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜੋ ਆਪ ਜੀਆਂ ਨੇ ਸ਼ਰਵਣ ਕੀਤੇ ਨੇ ਵਾਹਿਗੁਰੂ ਬਖਸ਼ਿਸ਼ ਕਰੇ ਇਹ ਬੋਲ ਸਾਡੇ ਹਿਰਦੇ ਘਟ ਦੇ ਵਿੱਚ ਵਸ ਜਾਵਣ ਤਾਂ ਕਿ ਸਾਡਾ ਇਹ ਹੋ ਜਾਵੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਮ ਹਰ ਪ੍ਰਭ ਆਪੇ ਵੇਲੇ ਦੀ ਮਹਾਵਾਕ ਅਨੁਸਾਰ ਜੀਵਨ ਢਲ ਜਾਵੇ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਆਓ ਗੁਰੂ ਕੀ ਸੰਗਤ ਸਾਰੇ ਹੀ ਗੱਜ ਵੱਜ ਕੇ ਫਲਾਈਏ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।